गवर्नमेंट तो कोई भी हो, चाहे वो कांग्रेस सी उस टाइम ते चाहे होने वाली बीजेपी आ, और इन्हों ने किया जिन्हों दे विच उन्हां दा साथ पंजाब दीआं गवर्नमेंटां ने भी दिता, चाहे बादल के सी उस टाइम ते चाहे होने वाले कैप्टन आ। और जे ने एक लीक खिंच दी थी ਤੇ ਉਹਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਆ ਤੇ ਇੱਥੇ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਆ ਤੇ ਲੱਗੀਆਂ ਵੀ ਰਹਿਣਗੀਆਂ। ਕੋਈ ਇੰਡੀਆ ਦੇ ਗੋਦੀ ਮੀਡੀਆ ਨੇ ਉਹਨੇ 3-4 ਸਾਲ ਹੋ ਗਏ और उन्हें बाहरों इतना फोटो खिंच के बड़ी उत्थे नवाई सी जी ये ISI का कब्जा हो गया, फलाने का हो गया, आ जाओ आ। मैं उन्होंने चैलेंज किया सीगा कि तू मैनू लाइव लै तो मैं तेनों दसूँ गुरुद्वारा साहब किदां ते काहतों हैगा, तो ISI का कब्जा तो जां इह सरदारां दा सिखां दा। इत्ते कब्जा हैगा गुरु ग्रंथ साहब जी का, बाबे नानक का। असी सारे सेवादार हाँ, पर असी ना किसी नूं डराउने आ ते ना असी डरन वाले हैगे आ। ये कौम है, देख लो ते रहिंदी दुनिया ताईं संतां दे शहीदां दीयां फोटो रहणगीਆਂ। इक्को एक दुनिया च तस्वीर है जिहड़ी सिख कौम दे दुश्मनां नूं डराउंदी आ, जिहड़े कंबदे आ देख के जिथे मर्जी। हजे भी आपां ਉਹ ਦਿੱਲੀ ਤੇ ਜੂੜਿਆਂ ਨੂੰ ਦੇਖੀ ਜਾਂਦੇ। ਜੇ ਆਪਣਾ ਘਰ ਦੇ ਉੱਤੇ ਕਿਸੇ ਨੇ ਇਲੀਗਲ ਕਬਜ਼ਾ ਕੀਤਾ ਹੋਵੇ ਤਾਂ ਆਪਾਂ ਮੁਕੱਦਮੇ ਕਰਦੇ, ਲੜਦੇ ਫਿਰਦੇ, ਖੂਨੋਂ ਖਰਾਬੀ ਹੋ ਜਾਂਦੀ ਆ। ਤੇ ਕੀ ਸਾਡਾ ਰਾਜ ਜਿਹੜਾ ਖੁੱਸਿਆ ਆ ਉਹਨੂੰ ਵਾਪਸ ਲੈਣ ਲਈ ਸਾਡਾ ਖੂਨ ਨਹੀਂ ਖੋਲਦਾ? ਕਮ ਸੇ ਕਮ ਤੁਹਾਨੂੰ ਇੰਨੀ ਤਾਂ ਆਪਦੀ ਜ਼ਮੀਰ ਜਾਗਦੀ ਰੱਖੋ, ਤੁਹਾਡੀ ਜ਼ਮੀਰ ਮਰੀ ਨਹੀਂ ਜਾਗਦੀ ਆ। ਇਹ ਮੇਰਾ ਚੈਲੰਜ ਹੈ ਪ੍ਰਬੰਧਕਾਂ ਨੂੰ। ਮੈਨੂੰ ਪਤਾ ਬਾਹਲਿਆਂ ਨੂੰ ਇਹ ਬਹੁਤ ਭੈੜਾ ਲੱਗਣਾ, ਪਰ ਸੱਚ ਆ। ਪੈਸੇ ਆਉਂਦੇ ਆ ਪਰ ਅਸੀਂ ਫालतू ਖਰਚੇ ਕਿੱਥੇ ਕਰਦੇ? ਮੈਂ ਉਹ ਵੀ ਦੱਸਦਾ ਜਾਵਾਂ। ਮੈਨੂੰ ਪਤਾ ਬਾਹਲਿਆਂ ਨੂੰ ਤਕਲੀਫ ਹੋਣੀ ਆ। ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਇੱਕ ਵਾਰ ਫਿਰ ਇੰਗਲੈਂਡ ਬਰਮਿੰਘਮ ਦੀ ਧਰਤੀ ਤੋਂ ਆਪ ਜੀ ਨੂੰ ਜੋੜ ਰਹੇ ਹਾਂ ਪ੍ਰਾਈਡ ਪੰਜਾਬ TV ਦੇ ਉੱਤੇ। ਤੇ ਇਸ ਵੇਲੇ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਹਾਂ ਤੇ ਸਭ ਤੋਂ ਪਹਿਲਾਂ ਉਹਦੇ ਬਾਰੇ ਦੱਸ ਦਈਏ। ਸੋਹੋ ਰੋਡ ਜੋ ਕਿ ਪੰਜਾਬੀਆਂ ਲਈ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ, ਜਿੱਥੇ ਸੋਹੋ ਰੋਡ ਨੂੰ ਪੰਜਾਬ, ਮਿਨੀ ਪੰਜਾਬ ਜਾਂ ਫਿਰ ਪੰਜਾਬੀਆਂ ਦਾ ਗੜ੍ਹ ਆਖਿਆ ਜਾਂਦਾ ਹੈ। ਤਾਂ ਇਸ ਸੋਹੋ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਵੀ ਤਕਰੀਬਨ 3 ਦੇ ਕਰੀਬ ਮੌਜੂਦ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਸਾਡੇ ਬੈਕ ਸਾਈਡ ਦੇ ਉੱਤੇ ਤੁਸੀਂ ਦੇਖ ਰਹੇ ਹੋ। ਸੋ ਇਸ ਗੁਰਦੁਆਰਾ ਸਾਹਿਬ ਦੀਆਂ ਬਹੁਤ ਸਾਰੀਆਂ ਖਾਸੀਅਤਾਂ ਨੇ। ਹਰ ਸਾਲ ਇਹਨਾਂ ਵੱਲੋਂ ਸਮਾਗਮ ਕਰਵਾਏ ਜਾਂਦੇ ਨੇ। ਇੰਟਰਨੈਸ਼ਨਲ ਸਟੂਡੈਂਟਸ ਦਾ ਬਹੁਤ ਸਾਥ ਦਿੱਤਾ ਗਿਆ ਕਰੋਨਾ ਵਾਇਰਸ ਦੇ ਸਮੇਂ ਦੇ ਵਿੱਚ। ਤੇ ਜੇ ਅੱਜ ਇਸ ਜਗ੍ਹਾ ਦੇ ਉੱਤੇ ਅਸੀਂ ਮੌਜੂਦ ਹਾਂ ਤਾਂ ਉਹਦੀ ਕੋਈ ਖਾਸੀਅਤ ਹੈ, ਆਪ ਜੀ ਨੂੰ ਦਿਖਾਉਣਾ ਚਾਹੁੰਦੇ ਹਾਂ। ਜੋ ਪਿੱਛੇ ਇੱਕ ਵੱਡੀ ਆਕਾਰ ਦੀ ਇੱਕ ਤਸਵੀਰ ਜਿਹੜੀ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਜੂਨ ਦੇ ਮਹੀਨੇ ਦੇ ਵਿੱਚ ਇਸ ਗੁਰਦੁਆਰਾ ਸਾਹਿਬ 'ਚ ਲਗਾਈ ਜਾਂਦੀ ਹੈ। ਆਪ ਜੀ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੀਆਂ ਵੱਡੀਆਂ ਤਸਵੀਰਾਂ ਦੇ ਵਿੱਚੋਂ ਇਹ ਇੱਕ ਗਿਣੀ ਜਾਂਦੀ ਹੈ। ਕਿਉਂਕਿ ਇਸ ਦੀ ਜਿਹੜੀ ਲੰਬਾਈ ਹੈ ਤਕਰੀਬਨ 75 ਫੁੱਟ ਹੈ। 75 ਫੁੱਟ ਲੰਬੀ ਤਸਵੀਰ ਜਿਹੜੀ ਹੈ ਸੰਤ ਜਰਨੈਲ ਸਿੰਘ ਦੀ ਇੱਥੇ ਸੁਸ਼ੋਭਿਤ ਹੈ। ਸੋਹੋ ਰੋਡ ਤੋਂ ਲੰਘਣ ਵਾਲੇ ਇੱਥੇ ਜੰਕਸ਼ਨ ਪੈਂਦਾ ਹੈ ਗੁਰਦੁਆਰੇ ਦੇ ਬਿਲਕੁਲ ਸਾਹਮਣੇ। ਸੋ ਜਿੰਨੇ ਵੀ ਲੋਕ ਇੱਥੋਂ ਲੰਘਦੇ ਨੇ, ਚਾਹੇ ਉਹ ਸਿੱਖ ਨੇ, ਨੌਨ ਸਿੱਖ ਨੇ, ਗੋਰੇ ਨੇ ਜਾਂ ਫਿਰ ਕੋਈ ਹੋਰ ਰੇਸ ਦੇ ਨਾਲ ਸੰਬੰਧਿਤ ਹੈ, ਹਰ ਕੋਈ ਇਸ ਤਸਵੀਰ ਨਾਲ ਜਿਹੜੀ ਦੂਸਰੀ ਇੱਕ ਤਸਵੀਰ ਲੱਗੀ ਆ ਉਸ ਦੇ ਦਰਸ਼ਨ ਕਰਕੇ ਜਾਂਦੇ ਨੇ। ਆਮ ਤੌਰ 'ਤੇ ਆਪਾਂ ਇਹ ਦੇਖਿਆ ਕਿ ਬੜਾ ਵਿਵਾਦ ਹੋ ਜਾਂਦਾ ਹੈ ਤਸਵੀਰਾਂ ਨੂੰ ਲੈ ਕੇ, ਪਰ ਇੱਥੇ ਇਸ ਤਰ੍ਹਾਂ ਦਾ ਕੋਈ ਵਿਵਾਦ ਨਹੀਂ। ਇਹ ਤਸਵੀਰ ਲੱਗੀ ਹੋਈ ਹੈ ਕਿਉਂਕਿ ਜੂਨ ਦੇ ਵਿੱਚ ਇਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਸੋ ਇੱਥੋਂ ਲੰਘਦਿਆਂ ਇਹ ਤਸਵੀਰ ਸਾਡੇ ਵੀ ਨਜ਼ਰੀ ਪਈ ਤੇ ਆਪਾਂ ਸੋਚਿਆ ਕਿ ਤੁਹਾਨੂੰ ਇਹ ਤਸਵੀਰ ਵੀ ਦਿਖਾਈ ਜਾਵੇ ਤੇ ਨਾਲੋਂ ਨਾਲ ਗੁਰਦੁਆਰਾ ਕਮੇਟੀ ਦੇ ਨਾਲ ਵੀ ਗੱਲ ਕੀਤੀ ਜਾਵੇ ਕਿ ਉਹ ਕੀ ਸੋਚਦੇ ਨੇ, ਉਹਨਾਂ ਨੇ ਇਹ ਤਸਵੀਰਾਂ ਕਿਉਂ ਲਗਵਾਈਆਂ। ਇਹ ਸਾਰੀ ਗੱਲਬਾਤ ਉਹਨਾਂ ਦੇ ਜ਼ੁਬਾਨੀ ਆਪਾਂ ਸੁਣਾਂਗੇ, ਕੋਸ਼ਿਸ਼ ਕਰਾਂਗੇ। ਗੁਰਦੁਆਰਾ ਸਾਹਿਬ ਦੇ ਜਿਹੜੇ ਮੁੱਖ ਸੇਵਾਦਾਰ ਨੇ ਗੁਰਦਿਆਲ ਸਿੰਘ ਅਟਵਾਲ ਹੋਰੀ, ਉਹਨਾਂ ਦੇ ਨਾਲ ਵੀ ਗੱਲਬਾਤ ਅੱਜ ਦੀ ਜਿਹੜੀ ਸਾਡੀ ਮੁੱਖ ਰਹੇਗੀ। ਮੈਂ ਚਾਹੁੰਦਾ ਕਿ ਪਹਿਲਾਂ ਤੁਸੀਂ ਇਹ ਤਸਵੀਰਾਂ ਜਿਹੜੀਆਂ ਨੇ ਉਹਨਾਂ ਨੂੰ ਦੇਖੋ। ਇੰਗਲੈਂਡ ਦੇ ਵਿੱਚ ਬਰਮਿੰਘਮ ਸ਼ਹਿਰ ਸੋਹੋ ਰੋਡ ਆਪ ਸਭ ਨੇ ਸੁਣਿਆ ਵੀ ਹੋਣਾ, ਗੀਤਾਂ ਦੇ ਵਿੱਚ ਸੁਣਿਆ ਹੋਣਾ, ਪਰ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਦਿਖਾ ਦਿੰਦੇ ਹਾਂ ਸੋਹੋ ਰੋਡ ਦੇ ਉੱਤੇ। ਤੇ ਇਹ ਤਸਵੀਰਾਂ ਦੇ ਵੀ ਤੁਸੀਂ ਇਸ ਵੇਲੇ ਦਰਸ਼ਨ ਕਰ ਰਹੇ ਹੋ। ਸੋ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਚੱਲਦੇ ਹਾਂ ਤੇ ਉੱਥੋਂ ਦਾ ਥੋੜ੍ਹਾ ਬਹੁਤਾ ਦਰਸ਼ਨ ਕਰਵਾਵਾਂਗੇ ਤੇ ਜਿੰਨਾ ਕੁ ਹੋ ਸਕਿਆ ਉਸ ਤੋਂ ਬਾਅਦ ਅਟਵਾਲ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਅਸੀਂ ਕਰਾਂਗੇ।
ਸੋ ਪਿਆਰੇ ਦਰਸ਼ਕੋ, ਹੁਣ ਅਸੀਂ ਮੌਜੂਦ ਹਾਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ। ਜਿਵੇਂ ਕਿ ਆਪ ਜੀ ਨੂੰ ਹੁਣੇ ਤਸਵੀਰਾਂ ਦਿਖਾ ਕੇ ਹਟੇ ਹਾਂ, ਇੱਕ ਅਜੂਬੇ ਦੀ ਤਰ੍ਹਾਂ ਅਸੀਂ ਦੁਨੀਆ ਦੇ ਵਿੱਚ ਗੱਲ ਕਰਦੇ ਹਾਂ ਕਿ ਵੱਡੀਆਂ ਵੱਡੀਆਂ ਤਸਵੀਰਾਂ, ਉਹਨਾਂ ਦੇ ਰੋਲ ਮਾਡਲਸ ਜਿਹੜੇ ਹੁੰਦੇ ਨੇ ਉਹਨਾਂ ਦੀਆਂ ਲਾਈਆਂ ਜਾਂਦੀਆਂ। ਪਰ ਜਦੋਂ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਵੱਡੀ ਤਸਵੀਰ, ਤਕਰੀਬਨ 60 ਫੁੱਟ ਜਿਹੜੀ ਹੈ ਤਸਵੀਰ, ਲੰਬੀ ਤਸਵੀਰ ਜਿਹੜੀ ਸੰਤਾਂ ਦੀ ਲੱਗੀ ਹੋਈ ਹੈ। ਸੋ ਸਾਡਾ ਦਿਲ ਕਰਿਆ ਕਿ ਅਸੀਂ ਪ੍ਰਧਾਨ ਸਾਹਿਬ ਦੇ ਨਾਲ, ਮੁੱਖ ਸੇਵਾਦਾਰ ਜੋ ਇਸ ਗੁਰਦੁਆਰਾ ਸਾਹਿਬ ਦੇ, ਉਹਨਾਂ ਨਾਲ ਗੱਲ ਕਰੀਏ। ਸਾਡੇ ਨਾਲ ਮੌਜੂਦ ਨੇ ਸਰਦਾਰ ਗੁਰਦਿਆਲ ਸਿੰਘ ਜੀ ਅਟਵਾਲ, ਜੋ ਲੰਬੇ ਸਮੇਂ ਤੋਂ ਇੰਗਲੈਂਡ ਦੇ ਵਿੱਚ ਜਿਹੜੀ ਸਿੱਖ ਸਫਾ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਨੇ। ਇਸ ਗੁਰਦੁਆਰਾ ਸਾਹਿਬ ਦੇ ਲੰਬੇ ਸਮੇਂ ਤੋਂ ਮੁੱਖ ਸੇਵਾਦਾਰ ਦੇ ਤੌਰ ਤੇ ਵੀ ਆਪਣੀਆਂ ਡਿਊਟੀਆਂ ਨਿਭਾਉਂਦੇ ਆਏ ਆ। ਸੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਕੇ ਤੇ ਆਪਾਂ ਗੱਲਬਾਤ ਸ਼ੁਰੂ ਕਰਾਂਗੇ। ਅਟਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਿਹਰਬਾਨੀ। ਜੀ ਆਇਆਂ ਨੂੰ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ, ਹੈਂਡਵਰਥ, ਸੋਹੋ ਰੋਡ ਦੇ ਐਂਡ ਤੇ ਬਰਮਿੰਘਮ ਦੇ ਵਿੱਚ ਯੂਕੇ 'ਚ। ਬਾਹਰ ਲੱਗੀਆਂ ਹੋਈਆਂ ਤਸਵੀਰਾਂ ਹਰ ਇੱਕ ਦਾ ਮਨ ਮੋਹ ਰਹੀਆਂ ਨੇ। ਕੋਈ ਚਾਹੇ ਸਿੱਖ ਹੋਵੇ, ਨੌਨ ਸਿੱਖ ਹੋਵੇ, ਗੋਰਾ ਹੋਵੇ, ਜਾਂ ਕਿਸੇ ਹੋਰ ਬਰਾਦਰੀ ਦੇ ਨਾਲ ਜਾਂ ਕੋਈ ਕਮਿਊਨਿਟੀ ਦੇ ਨਾਲ ਸੰਬੰਧਿਤ ਹੋਵੇ, ਉਹ ਤਸਵੀਰ ਜਦੋਂ ਦੇਖਦਾ ਤਾਂ ਹਰ ਕੋਈ ਸੋਚਦਾ ਵੀ ਐਡੀ ਵੱਡੀ ਤਸਵੀਰ ਕਿਸ ਯੋਧੇ ਦੀ ਹੈ। ਸੋ ਸਾਡਾ ਵੀ ਇਸੇ ਕਰਕੇ ਮਨ ਕਰਿਆ ਕਿ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ। ਪਹਿਲਾਂ ਮੈਂ ਚਾਹੁੰਦਾ ਕਿ ਉਹ ਤਸਵੀਰਾਂ ਬਾਰੇ ਗੱਲ ਕਰੀਏ, ਆਪਾਂ ਬਾਹਰ ਜਿਹੜੀਆਂ ਲੱਗੀਆਂ ਹੋਈਆਂ। ਜਿਹੜੀਆਂ ਤਸਵੀਰਾਂ ਹੈਗੀਆਂ ਉਹ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਦੀ ਲੰਬੀ ਜੀ। ਬਾਕੀ ਜਿਹੜੀਆਂ ਤੁਸੀਂ ਉੱਪਰ ਟੌਪ ਤੇ ਲੱਗੀਆਂ ਇੱਕ ਸਾਈਡ ਤੇ, ਉਹ ਬਾਕੀ ਸ਼ਹੀਦਾਂ ਦੀਆਂ। ਸਾਰਿਆਂ ਦੀਆਂ ਤਾਂ ਨਹੀਂ ਲਾ ਸਕੇ ਕਿਉਂਕਿ ਫਿਰ ਬਹੁਤ ਛੋਟੀਆਂ ਦਿਸਣੀਆਂ ਨਹੀਂ ਸੀਗੀਆਂ। ਸਿਰਫ ਜਿਹਨੂੰ ਆਪਾਂ ਕਹਿੰਦੇ ਆਈ ਕੈਚਿੰਗ, ਉਹਦੇ ਲਈ ਕੀਤੀ ਆ। ਜਿੱਦਾਂ ਤੁਸੀਂ ਮੈਨੂੰ ਫੋਨ ਕਰਕੇ ਪੁੱਛਿਆ ਸੀ, ਬਹੁਤ ਲੋਕਾਂ ਨੇ ਪੁੱਛਿਆ, ਗੋਰਿਆਂ ਨੇ ਵੀ ਪੁੱਛਿਆ ਹੈਗਾ, ਜਿੱਦਾਂ ਦੂਜਿਆਂ ਨੇ ਵੀ ਕੀ ਆ, ਮੈਂ ਉਹਨਾਂ ਨੂੰ ਦੱਸਿਆ। ਪਰ ਇਹਦਾ ਇੱਕ ਕਾਰਨ ਇਹਨਾਂ ਨੂੰ ਤਸਵੀਰਾਂ ਨੂੰ ਲਾਉਣ ਦਾ ਇਹੀ ਸੀ, ਜਿਹੜਾ ਜ਼ੁਲਮ ਸਿੱਖ ਕੌਮ ਦੇ ਉੱਤੇ ਇੰਡੀਆ ਦੀ ਬੇਈਮਾਨ ਕਰਪਟ ਗਵਰਨਮੈਂਟ, ਉਹ ਕੋਈ ਵੀ ਹੋਵੇ, ਚਾਹੇ ਉਹ ਕਾਂਗਰਸ ਸੀ ਉਸ ਟਾਈਮ ਤੇ ਚਾਹੇ ਹੋਣ ਵਾਲੀ BJP ਆ, ਔਰ ਇਹਨਾਂ ਨੇ ਕੀਤਾ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਸਾਥ ਪੰਜਾਬ ਦੀਆਂ ਗਵਰਨਮੈਂਟਾਂ ਨੇ ਵੀ ਦਿੱਤਾ, ਚਾਹੇ ਬਾਦਲ ਕੇ ਸੀ ਉਸ ਟਾਈਮ ਤੇ ਚਾਹੇ ਹੋਣ ਵਾਲੇ ਕੈਪਟਨ ਆ ਦੀ ਸਰਕਾਰ ਆ। ਪਰ ਉਹਨਾਂ ਨੂੰ ਇਹ ਦੱਸਣ ਦਾ ਸੀ ਲੋਕਾਂ ਦੇ ਵਿੱਚ, ਸਪੈਸ਼ਲੀ ਜਿਹੜੇ ਨੈਕਸਟ ਜਨਰੇਸ਼ਨਸ ਆ, ਅਤੇ ਉਹਨਾਂ ਨੂੰ ਦੱਸਣ ਦਾ ਹੈਗਾ ਇਹਦੇ ਵਿੱਚ ਕਿ ਵੀ ਆਹ ਚੀਜ਼ ਸੀ ਅਤੇ ਆਹ ਯੋਧਾ ਸੀਗਾ ਜਿਹੜਾ ਬਕਾਊ ਨਹੀਂ ਸੀ ਅਤੇ ਡਰਾਊ ਨਹੀਂ ਸੀ। ਅੱਜ ਵਰਗੇ ਇਹਨਾਂ ਦੇ ਜਾਂ ਪਹਿਲੇ ਲੀਡਰਾਂ ਵਰਗਾ ਨਹੀਂ ਸੀ, ਜੋ ਕਹਿਣਾ ਅਤੇ ਕਰਨੀ ਤਾਂ ਸੂਰਮਾ ਸੀਗਾ। ਅਤੇ ਉਹਦੇ ਲਈ ਹਰੇਕ ਸਾਲ ਅਸੀਂ ਜੂਨ ਦੇ ਵਿੱਚ ਇੱਥੇ ਲਾਉਂਦੇ ਹਾਂ। ਇਹਦੇ ਨਾਲ ਦੀ ਬਿਲਡਿੰਗ ਪੁਰਾਣੀ ਜਿਹੜੀ ਪਹਿਲਾਂ ਹੈਗੀ ਆ, ਔਰ ਉੱਥੋਂ 84 'ਚ ਪਹਿਲਾਂ ਕਮਿਊਨਿਟੀ ਸੈਂਟਰ ਹੁੰਦਾ ਸੀ, ਬਣਾਇਆ ਸੀ। ਇਹਦੇ ਜਿਹੜੇ ਫਾਊਂਡਰ ਸੀ ਸਰਦਾਰ ਸਿੰਘ ਜੀ ਪੰਛੀ ਹੁੰਦੇ ਸੀਗੇ, ਔਰ ਉਹਨਾਂ ਨੇ ਜਾਣ ਕੇ ਵੀ ਉਹ ਟਰਸਟੀ ਸੀ, ਟਰਸਟ ਬੋਰਡ ਦੇ ਚੇਅਰਮੈਨ ਸੀ, ਔਰ ਉਹ ਪਹਿਲਾਂ ਤੋਂ ਖਾਲਿਸਤਾਨੀ ਪੱਖੀ ਸੀਗੇ। ਜਦੋਂ ਆਪਾਂ ਲਾ ਲਓ ਵੀ 84 ਤੋਂ ਪਹਿਲਾਂ ਵੀ। ਅਤੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੀਆਂ ਇੱਥੇ ਤਸਵੀਰ ਹੋਣੀ, ਹੁਣ ਮੇਰਾ ਖਿਆਲ ਗਾਂਹ ਪਛਾਣ ਰੱਖ ਹੋਈ ਆ ਡੈਕੋਰੇਸ਼ਨ ਕਰਦਿਆਂ ਅਤੇ ਔਰ ਉਹ ਕੁੰਜੀਆਂ ਵੀ ਨਨਕਾਣਾ ਸਾਹਿਬ ਦੀਆਂ ਉਹਨਾਂ ਨੇ ਉੱਥੇ ਦੀ ਗਵਰਨਮੈਂਟ ਤੋਂ ਲਈਆਂ ਸੀਗੀਆਂ। ਪਰ ਉਦੋਂ ਬਾਅਦ 84 ਦੇ ਵਿੱਚ ਫਿਰ ਗੁਰਦੁਆਰਾ ਸਾਹਿਬ ਬਣ ਗਿਆ, ਚੇਂਜਿਸ ਆਉਂਦੀ ਰਹੀ। ਗੁਰਦੁਆਰਾ ਸਾਹਿਬ 84 ਦੇ, ਹਾਂ, ਉਹ ਜਿਹੜੀ ਪੁਰਾਣੀ ਬਿਲਡਿੰਗ ਆ। ਫਿਰ ਉਦੋਂ ਬਾਅਦ ਦੇ ਵਿੱਚ ਆਹ ਗੁਰਦੁਆਰਾ ਸਾਹਿਬ ਇਹਦੇ ਵਿੱਚ ਬਣਦਾ ਰਿਹਾ ਅਤੇ ਬਣਾਇਆ ਇਹਨੂੰ ਪਲੈਨਿੰਗ ਲਈ। 12 ਦੇ ਵਿੱਚ ਇਹਦੀ ਓਪਨਿੰਗ ਹੋਈ। ਉਦੋਂ ਬਾਅਦ 'ਚ ਪੰਛੀ ਸਾਹਿਬ ਚੜ੍ਹਾਈ ਕਰ ਗਏ ਅਤੇ ਹੁਣ ਸਾਡੇ ਇੱਥੇ ਗੁਰਦੁਆਰਾ ਸਾਹਿਬ ਬਹੁਤ ਘੱਟ ਇੱਦਾਂ ਹੋਊਗੀ। ਮੇਰਾ ਖਿਆਲ ਸ਼ਾਇਦ ਲੋਕ ਇਨਕਰੇਜ ਹੋਣਗੇ ਦੇਖ ਕੇ। ਸਾਡੇ ਟਰਸਟੀ ਨੌਜਵਾਨ ਅਤੇ ਉਹ ਟਰਸਟ ਦਾ ਜਿਹੜਾ ਚੇਅਰਮੈਨ ਹੈ ਉਹ ਸਰਦਾਰ ਚਰਨ ਸਿੰਘ ਪੰਛੀ ਦਾ ਪੋਤਾ ਦਾ ਹੈ। ਅਤੇ ਮੈਂ ਵੈਸੇ ਪਹਿਲਾਂ ਤੋਂ ਇਸ ਜਗ੍ਹਾ ਨਾਲ, ਸਥਾਨ ਨਾਲ ਜੁੜਿਆ ਸੀ। ਅਤੇ ਪੰਛੀ ਸਾਹਿਬ ਹੋਣਾ ਦਾ ਇਹ ਹੁੰਦਾ ਸੀ, ਮੈਨੂੰ ਕਹਿਣਾ ਕਮੇਟੀ 'ਚ ਆਪਣਾ, ਮੈਂ ਕਹਿਣਾ ਨਹੀਂ ਅੰਕਲ ਤੂੰ ਮੈਨੂੰ ਕੰਮ ਦੱਸਿਆ। ਮੈਂ ਕਰਦਾ ਰਿਹਾ, ਪਰ ਉਹ ਐਨੀਵੇ ਇਹਨਾਂ ਨੇ ਮੁੰਡਿਆਂ ਨੇ ਪਿਆਰ ਦੇ ਨਾਲ ਮੈਨੂੰ ਖਿੱਚ ਕੇ ਨਾਲ ਲਾ ਲਿਆ। ਅਤੇ ਠੀਕ ਆ, ਮੈਨੂੰ ਵੀ ਉਹਨਾਂ ਮੇਰੇ ਤੋਂ ਜਿੰਨਾ ਹੁੰਦਾ ਮੈਂ ਕਰਦਾ। ਪਰ ਇੱਕ ਗੱਲ ਆ ਵੀ ਇਹ ਸਾਡਾ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹਦਾ ਨਾਂ ਹੈਗਾ ਸ਼ਹੀਦ ਬਾਬਾ ਦੀਪ ਸਿੰਘ, ਔਰ ਜੇ ਨੇ ਇੱਕ ਲੀਕ ਖਿੱਚ ਦਿੱਤੀ ਸੀ ਅਤੇ ਉਹਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਆ। ਅਤੇ ਇੱਥੇ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਆ ਅਤੇ ਲੱਗੀਆਂ ਵੀ ਰਹਿਣਗੀਆਂ। ਅਤੇ ਜਿੰਨਾ ਚਿਰ ਇੱਥੇ ਬਾਹਰਲੇ ਪਾਸੇ ਹਰੇਕ ਜੂਨ ਦੇ 'ਤੇ ਤਸਵੀਰਾਂ ਲਾਉਂਦੇ ਆ। ਐਡੀ ਦੂਰ ਇੱਕ ਵਾਰੀ ਮੈਂ ਵਾਕਿਆ ਦੱਸਾਂ, ਕੋਈ ਇੰਡੀਆ ਦੇ ਗੋਦੀ ਮੀਡੀਆ ਨੇ, ਉਹਨੇ 3-4 ਸਾਲ ਹੋ ਗਏ,
ਔਰ ਉਹਨੇ ਬਾਹਰੋਂ ਇਦਾਂ ਫੋਟੋ ਖਿੱਚ ਕੇ ਬੜੀ ਉੱਥੇ ਨਵਾਈ ਸੀ ਜੀ ਇਹ ISI ਦਾ ਕਬਜ਼ਾ ਹੋ ਗਿਆ, ਫਲਾਨੇ ਦਾ ਹੋ ਗਿਆ, ਆ ਜਾਓ ਆ। ਮੈਂ ਉਹਨੂੰ ਚੈਲੰਜ ਕੀਤਾ ਸੀਗਾ ਕਿ ਤੂੰ ਮੈਨੂੰ ਲਾਈਵ ਲੈ ਤੇ ਮੈਂ ਤੈਨੂੰ ਦੱਸੂਗਾ ਗੁਰਦੁਆਰਾ ਸਾਹਿਬ ਕਿੱਦਾਂ ਤੇ ਕਾਹਤੋਂ ਹੈਗਾ, ਤਾਂ ISI ਦਾ ਕਬਜ਼ਾ ਤੇ ਜਾਂ ਇਹ ਸਰਦਾਰਾਂ ਦਾ, ਸਿੱਖਾਂ ਦਾ। ਇਹ ਤੇ ਕਬਜ਼ਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦਾ, ਬਾਬੇ ਨਾਨਕ ਦਾ। ਅਸੀਂ ਸਾਰੇ ਸੇਵਾਦਾਰ ਆ, ਪਰ ਅਸੀਂ ਨਾ ਕਿਸੇ ਨੂੰ ਡਰਾਉਂਦੇ ਆ ਤੇ ਨਾ ਅਸੀਂ ਡਰਨ ਵਾਲੇ ਹੈਗੇ ਆ। ਇਹ ਕੌਮ ਹੈ, ਇਹ ਦੇਖ ਲਓ, ਤੇ ਰਹਿੰਦੀ ਦੁਨੀਆ ਤਾਈਂ ਸੰਤਾਂ ਦੇ ਸ਼ਹੀਦਾਂ ਦੀਆਂ ਫੋਟੋ ਰਹਿਣਗੀਆਂ। ਤੇ ਇੱਕੋ ਇੱਕ ਦੁਨੀਆ 'ਚ ਦੇਖ ਲਓ ਕਿ ਵੀ ਜਿਹੜੇ ਬੰਦਾ ਕਿਸੇ ਤੋਂ ਜੁਰਮਾਨੇ ਤੋਂ ਤਾਂ ਡਰੂਗਾ ਜਾਂ ਕਿਸੇ ਤੋਂ ਬੇਈਮਾਨ ਤੋਂ ਕਿ ਵੀ ਇਹਦੇ ਕੋਲ ਤਾਕਤ ਆ, ਪਰ ਇੱਕੋ ਇੱਕ ਦੁਨੀਆ 'ਚ ਤਸਵੀਰ ਆ ਜਿਹੜੀ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਡਰਾਉਂਦੀ ਆ, ਜਿਹੜੇ ਕੰਬਦੇ ਆ ਦੇਖ ਕੇ ਜਿੱਥੇ ਮਰਜ਼ੀ। ਚਾਹੇ ਗੋਦੀ ਮੀਡੀਆ ਹੋਵੇ ਜਾਂ ਫਿਰ ਉਹ ਜਿਹੜੀਆਂ ਤਾਕਤਾਂ ਹੋਣ, ਉਹ ਅੱਜ ਵੀ ਤਸਵੀਰ ਤੋਂ ਡਰਦੀਆਂ। ਇਹ ਪਤਾ ਹੈ ਕਿ ਸ਼ਹੀਦ ਹੋ ਚੁੱਕੇ ਨੇ ਸੰਤ, ਅੱਜ ਫਿਰ ਵੀ ਤਸਵੀਰ ਜਿਹੜੀ ਹੈ ਡਰਾਉਂਦੀ ਹੈ। ਪਰ ਗੱਲ ਸੋਚਣ ਵਾਲੀ ਇਹ ਹੈ ਕਿ ਵਿਦੇਸ਼ ਦੀ ਧਰਤੀ ਦੇ ਉੱਤੇ ਆ ਕੇ ਵੀ ਇਹੋ ਜਿਹਾ ਮੀਡੀਆ ਜਿਹੜਾ ਹੈ ਉਹ ਅੱਗ ਲਾਉਣ ਵਾਲੇ ਕੰਮ ਕਰਦਾ, ਜਦ ਕਿ ਇੱਥੇ ਪਤਾ ਹੈ, ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਪਿਆਰ ਜਿਹੜਾ ਹੈ ਉਹ ਸੰਤਾਂ ਦੇ ਨਾਲ ਜਾਂ ਸੰਤਾਂ ਦੀ ਤਸਵੀਰ ਦੇ ਨਾਲ ਕੀਤਾ ਜਾਂਦਾ ਹੈ। ਅਟਵਾਲ ਸਾਹਿਬ, ਜਿਹੜੀ ਤਸਵੀਰ ਸੰਤ ਜਰਨੈਲ ਸਿੰਘ ਦੀ ਬਾਹਰ ਲੱਗੀ ਹੋਈ ਹੈ, ਇਹਦੀ ਲੰਬਾਈ ਕਿੰਨੀ ਕੁ ਹੋਏਗੀ? ਕਿਉਂਕਿ ਮੈਂ ਤਾਂ ਪੁੱਛ ਰਿਹਾ ਕਿ ਵਰਲਡ ਦੇ ਵਿੱਚ, ਦੁਨੀਆ ਦੇ ਵਿੱਚ ਵੱਡੀਆਂ ਤਸਵੀਰਾਂ, ਵੱਡੀਆਂ ਆਕਾਰ ਦੀਆਂ ਜਿਹੜੀਆਂ ਤਸਵੀਰਾਂ ਹੋਣਗੀਆਂ, ਉਹਦੇ 'ਚੋਂ ਇੱਕ ਆਉਂਦੀ ਹੋਣੀ। ਮੇਰੇ ਹਿਸਾਬ ਦੇ ਨਾਲ ਐਗਜ਼ੈਕਟ ਤਾਂ ਨਹੀਂ ਹੈ, ਤੇ ਮੈਂ ਦੇਖਦਾ ਹੀ ਆਪ ਜੀ ਨਾਲ ਪਹਿਲਾਂ ਵੀ ਗੱਲ ਕੀਤੀ ਆ ਕਿ ਵੀ ਮੈਨੂੰ ਇਹ ਪਤਾ ਕਿ ਵੀ ਇਹਦੀ ਅਸੀਂ ਪਲੈਨਿੰਗ ਕਰਨ ਲਈ ਮੈਂ ਥੱਲੇ ਕੰਮ ਕੀਤਾ ਸੀਗਾ ਤੇ ਇਹਦੀ ਮਿਣਤੀ ਕੀਤੀ ਸੀ। ਉਹ ਮਿਣਤੀ ਦੇ ਹਿਸਾਬ ਦੇ ਨਾਲ ਟੌਪ ਆਫ ਮਾਈ ਹੈਡ ਆਇਆ ਕਿ ਵੀ ਤਕਰੀਬਨ 70-75 ਫੁੱਟ ਹੈਗੀ ਆ। ਤੇ ਪਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜਾਵਾਂ ਕਿ ਵੀ ਇਹਦੇ ਵਿੱਚ ਜਿਹੜੀ ਕੰਪਲੇਂਟ, ਪਹਿਲਾਂ ਤੁਹਾਨੂੰ ਦੱਸੀ ਕੰਪਲੇਂਟ ਕੀਤੀ ਕਈਆਂ ਨੇ ਜਿਹੜੇ ਹੁੰਦੇ ਆ ਵੀ ਸਿੱਖ ਕੌਮ ਦੇ ਦੁਸ਼ਮਣ ਜਾਂ ਟਰੱਕਲ ਜਾਂ ਇੱਕ ਜੈਲਸ ਖੋਰੇ ਕਹਿ ਲਓ। ਅਗਲਾ ਸਵਾਲ ਇਹੀ ਸੀ, ਚਲੋ ਉੱਥੇ ਆ ਚਲੋ ਉਹਨਾਂ ਨੇ ਜਿਹੜੇ ਪੁੱਛਿਆ, ਕੰਪਲੇਂਟ ਹੋਈ ਸੀ ਮੇਰੇ ਤੋਂ, ਮੈਂ ਕਿੱਥੇ ਹੋਈ, ਮੈਂ ਉੱਚ ਨਿਵਾਲਾ ਮੀਡੀਆ 'ਚ ਜਾਣਾ, ਕੰਪਲੇਂਟ ਹੋਈ ਸੀ ਜਿਹੜੇ ਚੀਜ਼ ਤੇ ਮੈਂ ਡਿਕਲੇਅਰ ਕਿਹਾ ਸੀ ਹਾਂਜੀ ਫੋਟੋ ਹੈਗੀ ਆ, ਸਾਡੇ ਆਈਕੋਨ ਆ, ਔਰ ਅਸੀਂ ਇਹ ਤਸਵੀਰ ਲਾਈ ਆ। ਅਗਰ ਕਿਹੜੇ ਕਾਨੂੰਨ ਦੀ ਉਲੰਘਣਾ ਤਾਂ ਉਹ ਦੱਸ ਦਿਓ, ਤਾਂ ਮੇਰੇ 'ਤੇ ਮੁਕੱਦਮਾ ਕਰੋ। ਹੋਰ ਨਾ ਕਿਸੇ ਟਰਸਟੀਆਂ ਦਾ ਤੇ ਨਾ ਕਿਸੇ ਪ੍ਰਬੰਧਕਾਂ ਦੀ ਗੱਲ ਆ। ਮੈਂ ਟੇਕ ਜ਼ਿੰਮੇਵਾਰੀ ਮੈਂ ਆਪਣੇ ਮੋਢਿਆਂ 'ਤੇ ਲਈ ਸੀ ਤੇ ਇਹ ਹੈਗੀ ਆ, ਲਾਈ ਆ, ਠੀਕ ਆ। ਇਹਦੇ ਵਿੱਚ ਮੇਰੀ ਨਹੀਂ, ਮੈਂ ਪਰਸਨਲ ਲਾਈ ਜਾਂ ਕਿੱਦਾਂ, ਐਜ ਏ ਸਿੱਖ ਹੋਣ ਦੇ ਨਾਤੇ ਅੱਜ ਗੁਰਦੁਆਰਾ ਸਾਹਿਬ ਤੋਂ ਇੱਥੋਂ ਇਹਦੀ ਜ਼ਿੰਮੇਵਾਰੀ ਬਣਦੀ ਹੈਗੀ ਆ। ਜਿਹੜੇ ਨੌਜਵਾਨਾਂ ਨੇ ਜਾਂ ਨੌਜਵਾਨ ਆਉਂਦੇ ਆ, 4 ਚੁਫੇਰੇ ਆਉਂਦੇ ਆ, ਦੇਖੋ ਤੁਸੀਂ 4 ਚੁਫੇਰੇ ਸ਼ਹੀਦਾਂ ਦੀਆਂ ਫੋਟੋ ਲੱਗੀਆਂ ਨਾ। ਔਰ ਇੱਕ ਇੱਥੇ ਫੋਟੋ ਮੈਂ ਦੇਖਦਾ ਸੀਗਾ ਸਾਡੇ ਪਿੰਡ ਤੋਂ, ਜਿਹਨੂੰ ਆਪਾਂ, ਚਲੋ ਮੈਂ ਕਹਿ ਦਿੰਦਾ ਫੋਟੋ 'ਚ ਨਹੀਂ ਜਾਂਦਾ, ਇਹ ਜਿਹਨੂੰ ਆਪਾਂ ਦੀਪਾ ਹੇਰਾਂ ਵਾਲਾ ਕਹਿੰਦੇ ਹਾਂ। ਹੈਂ, ਔਰ ਉਹਦਾ ਐਕਚੁਅਲੀ ਉਹਦਾ ਪਿੰਡ, ਸਾਡਾ ਪਿੰਡ ਸੀ ਚਿੱਟੀ ਪਿੰਡ। ਅੱਛਾ। ਉਹਦੀ ਮਦਰ ਛੋਟੀ ਸੀਗੀ, ਤਾਂ ਉਹਦੀ ਮਦਰ ਦੇ ਨਾਨਕਿਆਂ ਦੇ ਔਲਾਦ ਨਹੀਂ ਸੀ ਤੇ ਉਹ ਲੈ ਗਏ ਉਹਨੂੰ, ਤੇ ਉਹਦੇ ਨਾਨਕਿਆਂ ਲੈ ਗਏ। ਤਾਂ ਫਿਰ ਉੱਥੋਂ ਗਾਹਾਂ ਨਾਨਕੀ ਗਏ, ਉੱਥੇ ਵਿਆਹ ਹੋ ਗਿਆ, ਉੱਧਰ ਹੇਰੀ ਜਾ ਬਥੇ ਜਾਣ ਕੇ ਇਹ ਚੀਜ਼ ਸੀ। ਐਕਚੁਅਲੀ ਉਹਦੇ ਚਾਚੇ ਹਜੇ ਵੀ ਸਾਡੇ ਪਿੰਡ ਆ। ਤੇ ਮੇਰਾ ਕਹਿਣ ਦਾ ਮਤਲਬ ਇੱਥੇ ਸੀ, ਬਾਕੀ ਸਾਰੇ ਸ਼ਹੀਦ ਸਾਰਿਆਂ ਦਾ ਸਤਿਕਾਰ ਕਰਦੇ ਆ। ਉਹ ਤਸਵੀਰ ਆ, ਸਾਰੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਦਰਸ਼ਕੋ ਤੁਹਾਨੂੰ ਦਿਖਾਉਣੀਆਂ, ਜਿਹੜੀਆਂ ਤਸਵੀਰਾਂ ਤੁਸੀਂ ਇਸ ਵੇਲੇ ਕੈਮਰੇ ਤੇ ਦੇਖ ਰਹੇ ਹੋ, ਇਹ ਵੀ ਤਸਵੀਰਾਂ ਗੁਰਦੁਆਰਾ ਸਾਹਿਬ ਦੀ ਇੱਕ ਗੈਲਰੀ ਆਪਾਂ ਕਹਿ ਲੈਂਦੇ ਹਾਂ, ਫੋਟੋ ਗੈਲਰੀ ਬਣਾਈ ਹੋਈ ਹੈ। ਉਹਦੇ ਵਿੱਚ ਸੁਸ਼ੋਭਿਤ ਨੇ ਜਿਹੜੇ ਉਹ ਸ਼ਹੀਦ 84 ਤੋਂ ਲੈ ਕੇ ਬਾਅਦ ਤੱਕ ਹੋਏ ਜਾਂ ਕੁਝ ਸਾਲ ਪਹਿਲਾਂ ਤੱਕ ਦੀ ਆਪਾਂ ਗਿਣਤੀ ਕਰ ਲਈਏ। ਸੋ ਇਹ ਸਾਰਾ ਜਿਹੜਾ ਪੀਰੀਅਡ ਸੀ, ਉਹਦੇ ਵਿੱਚ ਬਹੁਤ ਗਿਣਤੀ ਜਿਹੜੇ ਸਿੱਖ ਨੇ ਉਹ ਸ਼ਹੀਦ ਹੋਏ ਨੇ। ਸੋ ਸਾਰੇ ਦੀਆਂ ਤਸਵੀਰਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈਗੀਆਂ। ਸੋ ਕੰਪਲੀਟ ਦਲਜੀਤ ਸਿੰਘ ਜੀ, ਮੈਂ ਇੱਕ ਹੋਰ ਕਹਾਂ, ਇਹਦੇ ਇੱਕ ਤੁਹਾਡਾ ਧੰਨਵਾਦ, ਤੁਸੀਂ ਇਹ ਦਿਖਾ ਰਹੇ ਆ ਜੀ। ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੇ ਗੁਰਦੁਆਰਾ ਸਾਹਿਬ ਦੇ ਹੈਗੇ ਆ, ਤੇ ਕਮ ਸੇ ਕਮ ਤੁਸੀਂ ਗੁਰਦੁਆਰਾ ਸਾਹਿਬ ਆਉਨੇ ਆ, ਸਪੈਸ਼ਲੀ ਪ੍ਰਬੰਧਕ ਸੰਗਤਾਂ ਵੀ ਆਉਂਦੀਆਂ, ਪ੍ਰਬੰਧਕ ਵੀ, ਬਈ ਆਪਾਂ ਮੱਥਾ ਵੀ ਟੇਕਦੇ ਹਾਂ, ਅਰਦਾਸ ਹੁੰਦੀ ਆ, ਤੇ ਅਰਦਾਸ ਦੇ ਵਿੱਚ ਆਪਣੇ ਹੁੰਦੀ ਆ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਖਾਲਸੇ ਦਾ ਰਾਜ ਵੀ ਜਿਹੜਾ ਸੀ ਉਹ ਖੁੱਸਿਆ ਜਾ, ਤੇ ਆਕੀ ਵੀ ਹੈਗੇ। ਜਿਹੜਾ ਮਰਜ਼ੀ ਫੜ ਕੇ ਤੁਹਾਡੀ ਇੰਡੀਆ ਦੇ ਵਿੱਚ ਪੱਗ ਲਾਉਂਦਾ, ਬਾਹਰ ਵਿਦੇਸ਼ਾਂ ਜਿਹੜਾ ਕਰਦਾ ਤਾਂ ਉਹਨਾਂ ਨੂੰ ਪਤਾ ਹੁੰਦਾ ਕੀ ਹੋਣਾ, ਤੇ ਉੱਥੇ ਹੋ ਰਹੀ ਆ, ਰਾਜ ਵੀ ਤੁਹਾਡਾ ਹੈ ਨਹੀਂ। ਹਜੇ ਵੀ ਆਪਾਂ ਉਹ ਦਿੱਲੀ ਤੇ ਜੂੜੇ ਨੂੰ ਦੇਖੀ ਜਾਂਦੇ। ਜੇ ਆਪਣਾ ਘਰ ਦੇ ਉੱਤੇ ਕਿਸੇ ਨੇ ਇਲੀਗਲ ਕਬਜ਼ਾ ਕੀਤਾ ਹੋਵੇ ਤਾਂ ਆਪਾਂ ਮੁਕੱਦਮੇ ਕਰਦੇ, ਲੜਦੇ ਫਿਰਦੇ, ਖੂਨੋ ਖਰਾਬੀ ਹੋ ਜਾਂਦੀ ਆ। ਤੇ ਕੀ ਸਾਡਾ ਰਾਜ ਜਿਹੜਾ ਖੁੱਸਿਆ ਆ, ਉਹਨੂੰ ਵਾਪਸ ਲੈਣ ਲਈ ਸਾਡਾ ਖੂਨ ਨਹੀਂ ਖੋਲਦਾ? ਜਿਹੜੇ ਅਰਦਾਸ ਦੇ ਵਿੱਚ ਗੱਲ ਕਰਦੇ ਆ ਨਾ, ਰਾਜ ਕਰੇਗਾ ਖਾਲਸਾ, ਕਿ ਉੱਦਾਂ ਹੀ ਬੋਲ ਜਾਂਦੇ ਜਾਂ ਮਨੋਂ ਹੁੰਦਾ? ਮਹਾਰਾਜ ਦੀ ਹਜ਼ੂਰੀ 'ਚ ਹੱਥ ਜੋੜ ਕੇ ਤਾਂ ਆਪਾਂ ਇਹਦੀ ਅਰਦਾਸ ਕਰਦੇ ਹਾਂ, ਤੇ ਇਹਦਾ ਮਤਲਬ ਝੂਠ ਨਹੀਂ ਬੋਲਦੇ। ਦੂਸਰੀ ਗੱਲ ਹੈ, ਜਿਹੜੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ, ਕਿਉਂ ਡਰਦੇ ਆ ਗੁਰੂ ਘਰਾਂ ਦੀਆਂ ਗੈਲਰੀਆਂ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਲਾਉਣ ਨੂੰ? ਅਗਰ ਜੇ ਜ਼ਿਆਦਾ ਥਾਂ ਨਹੀਂ ਹੈ, ਲੰਗਰ ਹਾਲਾਂ 'ਚ ਹੈਗਾ, ਬਾਕੀ ਥਾਂ 'ਤੇ ਹੈਗਾ ਆ, ਜਿੰਨਾ ਹੈਗਾ ਉਨੀਆਂ ਲਾ ਲਓ, ਉਹ ਲਾਵੋ ਤਾਂ ਸਹੀ। ਕਮ ਸੇ ਕਮ ਤੁਹਾਨੂੰ ਇੰਨੀ ਤਾਂ ਆਪਦੀ ਜ਼ਮੀਰ ਜਾਗਦੀ ਰੱਖੋ, ਤੁਹਾਡੀ ਜ਼ਮੀਰ ਮਰੀ ਨਹੀਂ, ਜਾਗਦੀ ਆ। ਇਹ ਮੇਰਾ ਚੈਲੰਜ
ਚੈਲੰਜ ਹੈ ਪ੍ਰਬੰਧਕਾਂ ਨੂੰ। ਮੈਨੂੰ ਪਤਾ ਬਾਹਲਿਆਂ ਨੂੰ ਇਹ ਬਹੁਤ ਭੈੜਾ ਲੱਗਣਾ, ਪਰ ਸੱਚ ਸੱਚ ਆ। ਅਗਰ ਜੇ ਕਿਸੇ ਨੂੰ ਇਸ ਚੀਜ਼ ਦੇ ਉੱਤੇ ਮਾੜਾ ਲੱਗਦਾ, ਮੈਨੂੰ ਜਦੋਂ ਮਰਜ਼ੀ ਕੰਟੈਕਟ ਕਰ ਲੈਣ, ਫੋਨ ਕਰ ਲੈਣ, ਮੈਂ ਜਸਟੀਫਾਈ ਕਰੂੰ ਇਹ ਕਿਉਂ ਲਾਈਆਂ। ਸਾਡੀ ਜਨਰੇਸ਼ਨ ਦੇਖੋ, ਨੌਜਵਾਨ ਬੱਚੇ ਆਉਂਦੇ ਆ, ਉਹਨਾਂ ਬੱਚਿਆਂ ਨੂੰ ਇਨਕਰੇਜਮੈਂਟ ਮਿਲਦੀ ਆ। ਤੁਹਾਡੇ ਪਿਛਲੇ ਪਾਸੇ ਇੱਥੇ ਇੱਕ ਬੋਰਡ ਲੱਗਾ, ਜਿੱਥੇ ਪੰਜਾਬ ਤੋਂ ਆਏ ਨਵੇਂ ਸਟੂਡੈਂਟਸ ਨੂੰ ਕੋਈ ਲੋੜ ਹੋਵੇ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਗ੍ਰੰਥੀ ਸਿੰਘਾਂ ਨੂੰ ਮਿਲੇ। ਜਦੋਂ ਅਟਵਾਲ ਸਾਹਿਬ, ਮੈਂ ਕਲੋਜ਼ ਕਰਕੇ ਮੈਂ ਚਾਹੁੰਦਾ ਕੈਮਰੇ 'ਤੇ ਆਪਾਂ ਇਹ ਵੀ ਦਿਖਾ ਦਈਏ। ਸੋ ਕੈਮਰਾ ਜਿਹੜਾ ਕਲੋਜ਼ ਕਰਕੇ ਆਪਾਂ ਦਿਖਾ ਦਈਏ ਆਪਣੇ ਦਰਸ਼ਕਾਂ ਨੂੰ। ਦਰਸ਼ਕੋ, ਇਸ ਗੁਰਦੁਆਰਾ ਸਾਹਿਬ ਦੀ ਲੋਕਡਾਊਨ ਦੇ ਵਿੱਚ, ਜਦੋਂ ਕਰੋਨਾ ਵਾਇਰਸ ਜਿਹੜਾ ਕਹਿ ਲਈਏ ਕਿ ਇੱਕ ਮਹਾਮਾਰੀ ਦੇ ਰੂਪ ਦੇ ਵਿੱਚ, ਇੱਕ ਭਿਆਨਕ ਬਿਮਾਰੀ ਦੇ ਰੂਪ ਦੇ ਵਿੱਚ ਦੁਨੀਆ ਭਰ 'ਚ ਫੈਲ ਗਿਆ, ਤਾਂ ਉਸ ਵੇਲੇ ਇਹ ਗੁਰਦੁਆਰਾ ਸਾਹਿਬ ਨੇ ਬੜੀ ਇੱਕ ਅਹਿਮ ਭੂਮਿਕਾ ਉਸ ਵੇਲੇ ਨਿਭਾਈ ਸੀ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਰਮਿੰਘਮ ਹੀ ਨਹੀਂ, ਪੂਰੇ UK ਦੇ ਵਿੱਚ ਇਹ ਗੱਲ ਜਿਹੜੀ ਹੈ ਬੜੇ ਵੱਡੇ ਪੱਧਰ 'ਤੇ ਉੱਠੀ ਸੀ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਪ੍ਰਧਾਨ ਸਾਹਿਬ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਵੀ ਜਿਹੜੇ ਸਟੂਡੈਂਟ ਆਏ ਹੋਏ ਨੇ ਪੰਜਾਬ ਦੀ ਧਰਤੀ ਤੋਂ, ਕਿਉਂਕਿ ਲੋਕਡਾਊਨ ਹੋ ਗਿਆ, ਕੰਮਕਾਰ ਛੁੱਟ ਗਏ, ਘਰ ਛੁੱਟ ਗਏ, ਸੋ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸ਼ਰੇਆਮ ਇਹ ਗੱਲ ਕਹੀ ਗਈ ਸੀ ਵੀ ਜਿੰਨੇ ਸਟੂਡੈਂਟ ਨੇ, ਜੇਕਰ ਉਹਨੂੰ ਲੰਗਰ ਚਾਹੀਦਾ, ਰਹਿਣ ਨੂੰ ਰਿਹਾਇਸ਼ ਚਾਹੀਦੀ ਹੈ, ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਮਦਦ ਚਾਹੀਦੀ ਹੈ, ਤੇ ਸਾਡੇ ਨਾਲ ਸੰਪਰਕ ਕਰੋ। ਉਹਦਾ ਜਿਉਂਦਾ ਜਾਗਦਾ ਸਬੂਤ ਇਹ ਜਿਹੜਾ ਪੋਸਟਰ ਜਾਂ ਇਹ ਕਹਿ ਲਈਏ ਇੱਕ ਬੈਨਰ ਬਣਾ ਕੇ ਰੱਖਿਆ ਹੋਇਆ ਕਿ ਇਹਦੇ ਉੱਤੇ ਹੁਣ ਵੀ ਲਿਖਿਆ ਹੋਇਆ ਵੀ ਜੇਕਰ ਕੋਈ ਇੰਟਰਨੈਸ਼ਨਲ ਸਟੂਡੈਂਟ ਕਿਸੇ ਨੂੰ ਮਦਦ ਚਾਹੀਦੀ ਹੋਵੇ ਤਾਂ ਇੱਥੇ ਪਹੁੰਚ ਸਕਦਾ। ਅਟਵਾਲ ਸਾਹਿਬ, ਕਿੰਨੇ ਕੁ ਸਟੂਡੈਂਟ ਤੁਹਾਡੇ ਕੋਲ ਪਿਛਲੇ ਸਾਲ ਦੇ ਵਿੱਚ ਆਏ? ਜਦੋਂ ਪਿਛਲੇ ਨਾ ਸਾਡੇ ਜਦੋਂ ਲੋਕਡਾਊਨ ਹੋਇਆ, ਮਾਰਚ ਦੇ ਸ਼ੁਰੂਆਤ ਦੇ ਵਿੱਚ ਕਹਿ ਲਓ ਜਾਂ ਫਸਟ ਵੀਕ 'ਚ ਲਾਸਟ ਈਅਰ, ਤੇ ਇੱਥੇ ਜਿਹੜੇ ਨੌਜਵਾਨ ਆਉਂਦੇ ਸੀਗੇ, ਔਰ ਥੈਂਕਸ ਟੂ ਅਵਰ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਸਾਡੇ ਨੌਜਵਾਨ ਜਿਹੜੇ ਟਰਸਟੀਜ਼ ਆ, ਨਾਲ ਉਹਨਾਂ ਦੇ ਹੋਰ ਨੌਜਵਾਨ ਆ, ਔਰ ਸਾਰਿਆਂ ਨੇ ਡਿਸਕਸ ਕੀਤਾ, ਮੇਰੇ ਨਾਲ ਵੀ ਗੱਲ ਹੋਈ ਕੀਤੀ, ਤੇ ਅਸੀਂ ਆਪਾਂ ਸਟੂਡੈਂਟਸ ਦੀ ਮਦਦ ਕਿੱਦਾਂ ਕਰੀਏ। ਹਾਲਾਂਕਿ ਉਹ ਜਿਹੜਾ ਸਾਡੇ ਟਰਸਟੀ ਇੱਥੇ ਦੇ ਜੰਮ ਪੜਿਆ, ਕਿਆ ਬਾਤ। ਔਰ ਉਹਨਾਂ ਨੂੰ ਜਦੋਂ ਅਸੀਂ ਗੱਲ ਕੀਤੀ, ਨਾਲ ਹੀ ਇੱਕ ਬਿਲਡਿੰਗ, ਇੱਥੇ ਇੱਕ ਮੀਟਿੰਗ ਸੀਗੀ ਜਿਹਦੇ ਵਿੱਚ 100 ਤੋਂ ਵੱਧ ਸਟੂਡੈਂਟਸ, ਮੁੰਡੇ ਕੁੜੀਆਂ ਆਏ ਸੀਗੇ। ਉਹਨਾਂ ਦੀ ਅਸੀਂ ਕੋਸ਼ਿਸ਼ ਕੀਤੀ ਸੀ ਵੀ ਉਹਨਾਂ ਦੀਆਂ ਜਿਹੜੀਆਂ ਅਸੀਂ CV ਤਿਆਰ ਕੀਤੀਆਂ ਜਾਣ, ਗੱਲਬਾਤ ਕੀਤੀ ਜਾਵੇ, ਨੌਜਵਾਨ CVਆਂ ਤਿਆਰ ਕਰਨ ਪਏ। ਮੈਂ ਉਹਨਾਂ ਨਾਲ ਜਰਾ ਗੱਲਾਂ ਬਾਤਾਂ ਕਰਨ ਲੱਗ ਪਿਆ। ਪਰ ਮੇਨ ਚੀਜ਼ ਇਹ ਹੈਗਾ ਕਿ ਵੀ ਜਦੋਂ ਲੋਕਡਾਊਨ ਹੋ ਗਿਆ ਤੇ ਫਿਰ ਅਸੀਂ ਇਹ ਕੋਸ਼ਿਸ਼ ਕੀਤੀ ਸੀ ਵੀ ਉਹਨਾਂ ਨੂੰ ਖਾਣਾ ਦੇਈਏ। ਆਪਾਂ ਹੁਣ ਜਿੱਥੇ ਖੜ੍ਹੇ ਹਾਂ, ਖਾਣਾ ਬਣ ਕੇ ਪੈਕਿੰਗ ਹੋ ਕੇ ਇੱਥੇ ਆ ਜਾਂਦਾ ਸੀ। ਅਸੀਂ ਉਹਨਾਂ ਨੂੰ ਸਟੂਡੈਂਟਸ ਨੂੰ ਦੱਸਿਆ ਵੀ ਤੁਸੀਂ ਆ ਜਾਓ 2 ਵੇਲੇ, ਸ਼ਾਮ ਨੂੰ ਤੇ ਸਵੇਰ ਨੂੰ ਆਪਣਾ ਖਾਣਾ ਲੈ ਜਾਓ। ਜਿਹੜੇ ਸਟੂਡੈਂਟ ਸੀ ਉਹਨਾਂ ਦੀ ਜਿੱਦਾਂ ਮਦਦ ਹੋਈ, ਕਈਆਂ ਨੂੰ ਨੌਕਰੀਆਂ ਵੀ ਲੱਭ ਕੇ ਦਿੱਤੀਆਂ, ਦੁਕਾਨਾਂ ਵਾਲਿਆਂ ਨੂੰ ਕਹਿ ਪੁੱਛ ਗਿੱਛ ਕਰ, ਸਾਰਿਆਂ ਨੇ। ਮੈਂ ਨਹੀਂ ਕਹਿੰਦਾ, ਮੈਂ ਪਰਸਨਲ ਟੀਮ ਤੌਰ 'ਤੇ ਅਸੀਂ ਇੱਥੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ, ਜਿਹਦੇ ਵਿੱਚ ਸਾਰਿਆਂ ਨਾਲੋਂ ਵੱਡਾ ਯੋਗਦਾਨ ਭੱਜ ਨੱਠ ਕਰਨ ਦਾ ਨੌਜਵਾਨਾਂ ਦਾ, ਮੁੰਡਿਆਂ ਕੁੜੀਆਂ ਦਾ। ਅਤੇ ਜਿਹੜੇ ਅਸੀਂ ਇੱਕ ਤਾਂ ਜਿਹੜੇ ਇੱਥੇ ਨੌਜਵਾਨ ਸੀਗੇ ਉਹ ਲੈਂਦੇ ਸੀ ਪ੍ਰਸ਼ਾਦਾ। ਦੂਸਰਾ ਅਸੀਂ ਇੱਕ ਇਹ ਰੱਖਿਆ ਸੀ, ਜਿਹੜੀਆਂ ਸਿੰਗਲ ਮਦਰਜ਼ ਆ, ਉਹ ਆਪਦੇ ਬੱਚੇ ਨੂੰ ਘਰ ਛੱਡ ਕੇ ਆ ਨਹੀਂ ਸਕਦੀਆਂ, ਜਾਂ 2 ਬੱਚੇ ਆ ਕਿੱਦਾਂ ਖਿੱਚੀ ਫਿਰਨ, ਅਤੇ ਉਹਨਾਂ ਦੇ ਘਰ ਹੀ ਡਿਲੀਵਰ ਕਰਨਾ, ਅਤੇ ਜਿਹੜੇ ਬਜ਼ੁਰਗ ਸੀ ਉਹਨਾਂ ਦੇ ਘਰ ਹੀ ਕਰਨਾ, ਅਤੇ ਜਾਂ ਜਿਹੜੇ ਸੀਗੇ ਡਿਸੇਬਲ ਉਹਨਾਂ ਦੇ, ਨੋ ਮੈਟਰ ਉਹ ਕਿਹੜੇ ਧਰਮ ਨੂੰ ਮੰਨਦੇ ਸੀ, ਕਿਹੜੇ ਰੰਗ ਦੇ ਸੀ, ਜਨਾਨੀ ਸੀ ਜਾਂ ਬੰਦਾ ਸੀਗਾ। ਅਤੇ ਜਿੰਨੀ ਵੀ ਇਹ ਭੱਜ ਨੱਠ ਇਹਨਾਂ ਨੇ ਨੌਜਵਾਨਾਂ ਨੇ ਕੀਤੀ ਆ, ਵਾਹਿਗੁਰੂ ਜਾਣਦੇ, ਨੌਜਵਾਨਾਂ ਨੇ ਭੱਜ ਨੱਠ ਕੀਤੀ ਆ, ਔਰ ਵਿੱਚੋਂ ਪੈਟਰੋਲ ਵੀ ਜਿਹੜਾ ਸੀ ਇਹਨਾਂ ਦਾ ਭੱਜ ਨੱਠ ਕਰਨਾ ਆਪਦੇ ਗੱਡੀਆਂ 'ਚ ਇਹਨਾਂ ਨੇ ਜੇਬਾਂ 'ਚੋਂ ਪਾਇਆ। ਸੋ ਵਾਹਿਗੁਰੂ ਜੀ ਦੀ ਕਿਰਪਾ। ਦੂਸਰੀ ਸ਼ਹੀਦ ਬਾਬਾ ਦੀਪ ਸਿੰਘ ਦੀ ਜਿਹੜੀ ਹੈਗੀ ਆ, ਉਹਦੀ ਆਸ਼ੀਰਵਾਦ ਇਸ ਚੀਜ਼ 'ਤੇ ਗੁਰਦੁਆਰਾ ਸਾਹਿਬ 'ਤੇ, ਅਤੇ ਇਹਦੇ ਲਈ ਕੀਤੀ। ਹੁਣ ਵੀ ਸਟੂਡੈਂਟਸ ਨੂੰ ਕਿਸੇ ਨੂੰ ਜ਼ਰੂਰਤ ਹੋਵੇ, ਜਿੱਦਾਂ ਤੁਸੀਂ ਬੋਰਡ ਦੇਖਿਆ ਵੀ ਅਸੀਂ ਇੱਥੇ ਹੈਗੇ ਹਾਂ ਉਹਨਾਂ ਦੀ ਮਦਦ ਕਰਨ ਨੂੰ। ਦੂਸਰੀ ਗੱਲ ਇਹ ਹੈਗੀ ਆ ਕਿ ਵੀ ਜਿਹੜੇ ਹਜੇ ਵੀ ਜਿਹਨਾਂ ਨੂੰ ਆਪਾਂ ਕਹਿੰਦੇ ਹੋਮਲੈਸ, ਉਹ ਬਹੁਤ ਇੱਥੇ ਬਰਮਿੰਘਮ ਸਿਟੀ ਦੇ ਵਿੱਚ ਬਹੁਤ ਖੂੰਜਿਆਂ 'ਤੇ ਬਥੇਰੇ ਆ, ਅਤੇ ਹਜੇ ਵੀ ਸਾਤੋਂ ਲੱਗੇ ਤਾਂ ਇੱਥੋਂ ਬਣਾ ਕੇ ਕੁਛ ਜਿਹੜਾ ਚੱਕਮਾ ਕਹਿ ਲਓ ਕਿ ਇਹ ਤਾਂ ਨਹੀਂ ਭਾਂਡਿਆਂ 'ਚ ਦਾਲਾਂ ਸਬਜ਼ੀਆਂ ਵੀ, ਜਾਂ ਪਕੌੜੇ ਜਾਂ ਸਮੋਸੇ ਜਾਂ ਕੋਈ ਹੋਰ ਚੀਜ਼ ਇੱਦਾਂ ਦੀ ਕਿਤੇ ਵੀ ਹੋਵੇ, ਅਤੇ ਉਹਨਾਂ ਨੂੰ ਹੋਰ ਵੀ ਨੌਜਵਾਨ ਵੀ ਕਰ ਦਿੰਦੇ। ਸਪੈਸ਼ਲੀ ਮੇਰੇ ਹੁੰਦਾ ਬਣਾਉਣਾ, ਗੱਡੀ ਦੇ ਵਿੱਚ ਰੱਖ ਲੈਣੇ, ਉਹ ਲਿਫਾਫਿਆਂ 'ਚ ਪਾ ਕੇ, ਜਿੱਥੇ ਕੋਈ ਦੇਖਿਆ ਕਰਕੇ ਆ ਲੈ ਵੀ ਤੂੰ ਖਾ ਲਾ। ਸੋ ਦਿਸ ਇਜ਼ ਦਾ ਕਨਸੈਪਟ ਆਫ ਬਾਬਾ ਨਾਨਕ। ਦੂਸਰੀ ਗੱਲ ਹੈ ਕਿ ਜੇ ਅਸੀਂ ਗੁਰਦੁਆਰਾ ਸਾਹਿਬ ਬਣਾਏ ਆ,
ਤੇ ਗੁਰਦੁਆਰਾ ਸਾਹਿਬ ਸੰਗਤ ਲਈ ਆ। ਕਨਸੈਪਟ ਦੇਖੀਏ, ਇਸ ਕਨਸੈਪਟ ਦੇ ਵਿੱਚੋਂ ਧਰਮ ਦੀ ਵੀ ਗੱਲ ਆਉਂਦੀ ਆ ਜੀ ਬਿਲਕੁਲ, ਇੱਥੇ ਸਪੋਰਟਸ ਦੀ ਵੀ ਆਉਂਦੀ ਆ, ਮੀਰੀ ਪੀਰੀ ਦੇ ਸਿਧਾਂਤ ਦੀ ਵੀ ਆਉਂਦੀ। ਜੇ ਸਾਡੀ ਕੌਮ ਦੇ ਕੁੱਟ ਪੈਂਦੀ ਆ ਪਿੱਛੇ ਕਰਕੇ ਤੇ ਉਹਨਾਂ ਨੇ ਖੜਨਾ ਵੀ ਸਾਡਾ ਧਰਮ ਬਣਦਾ। ਔਰ ਜੇਕਰ ਅਸੀਂ ਇਹ ਗੁਰਦੁਆਰਾ ਸਾਹਿਬ ਦੇ ਨਾਂ ਤੇ ਸ਼ਹੀਦ ਬਾਬਾ ਦੀਪ ਸਿੰਘ ਤੇ ਜਾਈਏ ਤੇ ਉਹ ਡਰਾਕਲ ਨਹੀਂ ਸੀ। ਤੇ ਦੂਸਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਵੀ ਡਰਾਕਲ ਨਾ ਬਣੋ, ਬੇਜ਼ਮੀਰੇ ਨਾ ਬਣੋ, ਜ਼ਮੀਰ ਜਾਗਦੀ ਰੱਖੋ, ਤਕੜੇ ਹੋਵੋ ਤੁਸੀਂ ਇਸ ਚੀਜ਼ ਦੇ ਉੱਤੇ। ਤਕੜੇ ਹੋਵੋਗੇ ਤਾਂ ਠੀਕ ਆ, ਬਾਕੀ ਆਪਾਂ ਦੇਖੋ ਬਹੁਤ ਗੱਲਾਂ ਕਰਨ ਵਾਲੀਆਂ। ਪਰ ਜਿੱਦਾਂ ਆਪਾਂ ਸਿੱਖ ਕੌਮ ਦੁਨੀਆ 'ਚ ਕਿਤੇ ਵੀ ਜ਼ਰੂਰਤਮੰਦ ਆ ਮਦਦ ਕਰਦੇ, ਲੰਗਰ ਲਾਉਂਦੇ ਆ। ਆਪਾਂ ਕਹਿੰਦੇ ਜੀ ਸਰਬੱਤ ਦਾ ਭਲਾ। ਉਹ ਭਾਈ ਸਰਬੱਤ ਦੇ ਵਿੱਚ ਸਿੱਖ ਕੌਮ ਵੀ ਤਾਂ ਹੈਗੀ ਆ ਨਾ ਜੀ। ਸਿੱਖ ਕੌਮ ਦੇ ਜਿਹੜੇ ਬੱਚੇ ਆ ਵਿਦੇਸ਼ਾਂ ਦੇ ਵਿੱਚ ਜਿਹੜੇ ਤਾਂ ਸੈਟਲ ਆ, ਫਾਈਨ ਆ, ਤੇ ਬਹੁਤ ਸਾਰੇ ਸਟੂਡੈਂਟਸ ਲਈ ਆਏ ਜਿਹੜੇ ਉਹ ਵਿਚਾਰੇ ਰੁਲਦੇ ਆ। ਕਿ ਉਹਨਾਂ ਨੂੰ ਸਾਂਭਣਾ ਸਾਡਾ ਫਰਜ਼ ਨਹੀਂ ਬਣਦਾ? ਕਿ ਉਹ ਸਰਬੱਤ ਦੇ ਭਲੇ 'ਚ ਨਹੀਂ ਆਉਂਦੇ? ਜਾਂ ਪੰਜਾਬ ਦੇ ਵਿੱਚ ਅਸੀਂ ਪੰਜਾਬ ਤੋਂ ਬਾਹਰ ਬਹੁਤ ਲੰਗਰ ਲਾਉਣੇ, ਬਹੁਤ ਕੁਝ ਪ੍ਰੋਜੈਕਟ ਲਾਉਣੇ, ਮੈਂ ਨਾਵਾਂ 'ਚ ਨਹੀਂ ਜਾਵਾਂ ਕੌਣ ਕਰਦਾ, ਮੈਂ ਕਿ ਜਨਰਲ ਉੱਥੇ ਕਰਦੇ। ਅਤੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਆ ਉਹਨੇ ਭੁੱਖੇ ਮਰਦੇ, ਜਾਂ ਉਹਨਾਂ ਦੇ ਬੱਚੇ ਪੜ੍ਹਾਈ ਤੋਂ ਜਿਹੜੇ ਵਰਾਈਟ ਹੈਗੇ ਪੜ੍ਹਨਾ ਚਾਹੁੰਦੇ ਉਹ ਪੜ੍ਹ ਨਹੀਂ ਸਕਦੇ, ਉਹ ਫੀਸਾਂ ਨਹੀਂ ਦੇ ਸਕਦੇ। ਕੀ ਗੱਲ ਅਸੀਂ ਉਹਨਾਂ ਦਾ ਨਹੀਂ ਬੀੜਾ ਚੱਕ ਸਕਦੇ? ਮਤਲਬ ਸਾਰਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ, ਚਾਹੇ ਕੋਈ ਜਥੇਬੰਦੀ ਚਾਹੇ ਕੋਈ ਗੁਰਦੁਆਰਾ। ਅਜੇ ਸਿੱਖ ਜੇ ਮੈਂ ਕਹਿੰਦਾ ਪ੍ਰਬੰਧਕਾਂ ਨੂੰ, ਸੰਗਤ ਦਾ ਕੋਈ ਨਹੀਂ, ਸੰਗਤ ਨੂੰ ਤੁਸੀਂ ਕਹੋ ਸੰਗਤ ਪੈਸੇ ਦਿੰਦੀ ਆ, ਨੋ ਡਾਊਟ। ਇਹ ਪ੍ਰਬੰਧਕ ਆ ਕਿ ਵੀ ਤੁਸੀਂ ਕਿਉਂ ਨਹੀਂ ਕਰਦੇ। ਦੂਸਰੀ ਗੱਲ ਹੈ ਜਿਹੜੇ ਨੌਜਵਾਨ ਆ, ਇਨਵੋਲਵ ਦੈਮ। ਜੇਕਰ ਆਪਾਂ ਆਪਣੀ ਬਿਜ਼ਨਸ ਨੂੰ ਕਹਿੰਦੇ ਮੇਰੀ ਬਿਜ਼ਨਸ ਆ, ਮੈਂ ਇਹਨਾਂ ਦੇ ਬੱਚਿਆਂ ਨੂੰ ਕਹਾਂ ਟ੍ਰੇਨਡ ਕਰਨਾ, ਟੇਕ ਓਵਰ ਕਰ ਲੈਣਾ। ਅਤੇ ਕੀ ਗੱਲ ਗੁਰਦੁਆਰਿਆਂ ਦੇ ਵਿੱਚ ਅਸੀਂ ਨੌਜਵਾਨਾਂ ਨੂੰ ਕਿਉਂ ਨਹੀਂ ਟ੍ਰੇਨਡ ਕਰਦੇ ਕਿ ਵੀ ਉਹਨਾਂ ਨੂੰ ਹੈਂਡ ਓਵਰ ਕਰੋ, ਦੇਖ ਕੇ ਦੱਸੋ ਕਿ ਬੱਚੇ ਨੌਜਵਾਨ ਸਹੀ ਕਰਦੇ, ਜਿੱਥੋਂ ਗਲਤ ਕਰਦੇ ਪਿਆਰ ਨਾਲ ਦੱਸੋ, ਲੜ ਕੇ ਨਹੀਂ। ਉਹ ਤੈਨੂੰ ਨਹੀਂ ਪਤਾ ਤਾਂ ਇਹ ਨਹੀਂ, ਪਿਆਰ ਨਾਲ ਦੱਸੋ। ਸੋ ਇਸ ਕਰਕੇ ਜੇ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਸਾਂਭੀਏ, ਇੱਥੇ ਆਪਾਂ ਯੂਕੇ ਦੀ ਗੱਲ ਕਰੀਏ, ਬਹੁਤ ਸਾਰੇ ਸਟੂਡੈਂਟਸ ਜਿਹੜੇ ਆ ਉਹਨਾਂ ਨੂੰ ਹੈਲਪ ਦੀ ਜ਼ਰੂਰਤ ਆ। ਮੈਨੂੰ ਇਹ ਪਤਾ ਆਪਾਂ ਸਾਰਿਆਂ ਦੇ ਕਰਜ਼ੇ ਨਹੀਂ ਲਾ ਸਕਦੇ, ਸਾਰਿਆਂ ਨੂੰ ਫਾਈਨੈਂਸ਼ਲੀ ਸਪੋਰਟ ਨਹੀਂ ਕਰ ਸਕਦੇ। ਕਦੇ ਕਦਾਈ ਕਿਤੇ ਨਾ ਕਿਤੇ ਵੈਰੀ ਜੇ ਕਿ ਜ਼ਿਆਦਾ ਐਮਰਜੈਂਸੀ ਹੋਵੇ ਉੱਥੇ ਕਰ ਸਕਦੇ, ਪਰ ਪੈਸੇ ਕਿੱਥੋਂ ਪੈਸੇ ਆਉਂਦੇ ਆ, ਪਰ ਅਸੀਂ ਫਾਲਤੂ ਖਰਚੇ ਕਿੱਥੇ ਕਰਦੇ? ਮੈਂ ਉਹ ਵੀ ਦੱਸਦਾ ਜਾਵਾਂ, ਮੈਨੂੰ ਪਤਾ ਬਾਲਿਆਂ ਨੂੰ ਤਕਲੀਫ ਹੋਣੀ ਆ। ਜਿਹੜੇ ਗੁਰਦੁਆਰਿਆਂ ਦੇ ਵਿੱਚ ਅਸੀਂ ਇੱਕ ਦੂਜੇ ਦੀ ਘੜਮ ਚੌਧਰੀ ਦਾ ਕਰਕੇ ਅਦਾਲਤਾਂ 'ਚ ਲਿਜਾਂਦੇ ਆ, ਲੱਖਾਂ ਪਾਉਂਡ ਲੱਗਦੇ ਆ। ਉਹ ਲੱਖਾਂ ਪਾਉਂਡ ਕੀ ਕਰ ਸਾਡੇ ਬਚ ਨਹੀਂ ਸਕਦੇ? ਉਹਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਡਿਵੈਲਪ ਨਹੀਂ ਕਰ ਸਕਦੇ। ਕੋਈ ਇਹੋ ਜਿਹੇ ਇੰਸਟੀਟਿਊਸ਼ਨ, ਇੱਕ ਸਾਂਝਾ ਫੰਡ ਨਹੀਂ ਇਕੱਠਾ ਹੋ ਸਕਦਾ ਜਿਹੜਾ ਇੱਕ ਇੰਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਹੋਵੇ, ਪਰ ਉਹਦੇ ਨਾਲ ਕੋਈ ਇਹਦਾ ਨਾ ਫਲਾਨੀ ਪਾਰਟੀ ਦਾ ਉਹਦੇ ਨਾਲ ਹੋਵੇ, ਚੇਂਜਿਜ ਹੁੰਦੇ ਰਹਿਣ, ਪਰ ਉਹਦਾ ਜਿਹੜਾ ਫੰਡਸ ਆ ਉਹਨੂੰ ਇਨਵੈਸਟ ਕੀਤਾ ਜਾ ਸਕਦਾ। ਪ੍ਰੋਪਰਟੀ 'ਚ ਇਨਵੈਸਟ ਹੋ ਜਾਏ, ਉਹਦੀ ਜਿਹੜੀ ਇਨਕਮ ਆਉਣੀ ਉਹਦੇ ਵਿੱਚੋਂ ਸਕੋਲਰਸ਼ਿਪ, ਤੁਸੀਂ ਕੋਈ ਖਿਡਾਰੀ ਜਾਣਾ ਚਾਹੁੰਦਾ ਮੋਹਰੇ ਪਰ ਉਹ ਪੈਸੇ ਨਹੀਂ ਦੇ ਸਕਦਾ, ਕੋਈ ਪੜ੍ਹਾਈ 'ਚ ਜਾਣਾ ਚਾਹੁੰਦਾ ਉਹਦੇ ਨਹੀਂ ਕਰ ਸਕਦੇ ਪੇਰੈਂਟਸ। ਇੱਕ ਦਲਜੀਤ ਸਿੰਘ ਜੀ, ਸ਼ਾਇਦ ਤੁਹਾਨੂੰ ਪਤਾ ਹੋਵੇ ਜਾਂ ਨਾ, ਇੱਥੇ ਗਵਰਨਮੈਂਟ ਨੇ ਜਿਹੜੇ ਬੱਚਿਆਂ ਨੇ ਸਟੂਡੈਂਟਸ ਨੇ ਨਾ ਜਾਣਾ ਯੂਨੀਵਰਸਿਟੀ, ਔਰ ਉਹਨਾਂ ਨੂੰ ਪਰ ਹੈਡ 9000 ਪਾਉਂਡ ਦੇਣਾ ਪੈਂਦਾ। ਮੈਂ ਪਾਰਟੀਆਂ 'ਚ ਨਾ ਜਾਵਾਂ, ਪਰ ਜਿਹੜੀ ਸੈਂਟਰਲ ਗਵਰਨਮੈਂਟ ਹੋਣੇ ਆ ਪਹਿਲਾਂ ਵੀ ਇਹਨਾਂ ਨੇ ਇਹ ਕੀਤਾ ਹੈਗਾ ਕਿ ਵੀ 9000, ਜਿਹੜੇ 2 ਬੱਚੇ ਜਾਣੇ 18, ਜੇ 3 ਬੱਚੇ ਐਵਰੇਜ ਜਾਣੇ ਆ 27000 ਪਾਉਂਡ ਕਿੱਥੋਂ ਦੇਣਗੇ? ਪਰ ਕੀ ਲੌਜਿਕ ਕੀ ਆ ਗਵਰਨਮੈਂਟ ਦਾ ਜਾਂ ਪੋਲੀਟੀਸ਼ਨ ਉਹਨਾਂ ਦਾ ਆਪਣੇ ਹਿਸਾਬ ਨਾਲ, ਉਹ ਜੀ ਅਸੀਂ ਇਹਨਾਂ ਨੂੰ ਲੋਨ ਦੇ ਦਿੰਦੇ ਹਾਂ। ਲੋਨ ਦੇ ਦਿੰਦੇ ਹਾਂ, ਓਕੇ, ਲੋਨ ਦੇ ਦਿੱਤਾ, ਡਿਗਰੀ ਹੋ ਗਈ, ਅਤੇ ਜਦੋਂ ਡਿਗਰੀ ਕਰਕੇ ਬਾਹਰ ਆਉਂਦਾ ਐਜੂਕੇਸ਼ਨ ਤੋਂ, ਨੌਕਰੀ ਲੱਭਦਾ, ਅਤੇ ਉਹਦੇ ਸਿਰ ਐਵਰੇਜ 50000 ਪਾਉਂਡ ਦੀ ਡੈਟ ਹੁੰਦੀ ਆ। ਔਰ ਮੈਂ ਕਈ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਜੀ ਸਾਨੂੰ 15 ਸਾਲ ਲੱਗ ਗਿਆ ਉਹ ਡੈਟ ਲਾਉਣ ਨੂੰ। ਬਿਲਕੁਲ, ਇਹ ਬਹੁਤ ਲੰਬਾ ਸਮਾਂ ਵੀ ਲੱਗ ਜਾਂਦਾ। ਇਹਦੇ ਵਿੱਚ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਖਾਸ ਕਰ ਯੂਕੇ ਦੇ ਵਿੱਚ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈਗਾ। ਅਟਵਾਲ ਸਾਹਿਬ, ਅਖੀਰਲਾ ਮੈਸੇਜ ਕੀ ਸਾਡੇ ਦਰਸ਼ਕਾਂ ਵਾਸਤੇ ਹੈਗਾ ਤੁਹਾਡਾ? ਮੈਂ ਇਹ ਕਹਾਂਗਾ ਕਿ ਵੀ ਸਿੱਖ ਕੌਮ ਸਰਬੱਤ ਦਾ ਭਲੇ ਦੀ ਗੱਲ ਕਰਦੀ ਤਾਂ ਉਹਦੇ ਵਿੱਚ ਆਪਾਂ ਵੀ ਇਹਦਾ ਕਰੋ, ਨੌਜਵਾਨਾਂ ਨੂੰ ਡਿਵੈਲਪ ਕਰੀਏ। ਅਤੇ ਦੂਸਰੀ ਚੀਜ਼ ਆ, ਜਿੱਥੇ ਕਿਤੇ ਵੀ ਹੈਗੇ, ਦਲਜੀਤ ਸਿੰਘ ਜੀ ਮੈਨੂੰ ਜਿਹੜੇ ਬੱਚੇ ਕੀ ਕਰਦਾ ਪੁੱਤਰ ਜਿਹੜੇ ਇੱਥੇ ਜੰਮ ਫਲਾਣਾ ਉੱਥੋਂ ਆਹ ਕਰ ਲਾ, ਉਹਨਾਂ ਨੂੰ ਰਾਹ ਪਾਉਣਾ ਕਰਦੇ ਆ, ਕਈਆਂ ਨੇ ਕੀਤਾ। ਪਰ ਦੂਸਰੀ ਚੀਜ਼ ਆ, ਗੁਰੂ ਘਰਾਂ ਦੇ ਵਿੱਚ ਆਪਾਂ ਝਗੜੇ ਨਿਬੇੜੀਏ, ਇਹ ਝਗੜੇ ਨਾ ਹੋਣ। ਅਗਰ ਕੋਈ ਇਸ਼ੂ ਹੈਗਾ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ
ਰਿਸਪੈਕਟਡ ਐਜੂਕੇਟਡ ਪ੍ਰੋਫੈਸ਼ਨਲ ਪੀਪਲ ਹੈਗੇ, ਜਿਨ੍ਹਾਂ 'ਚ ਵਕੀਲ ਵੀ ਹੈਗੇ ਆ, ਜੱਜ ਵੀ ਹੈਗੇ ਆ, ਔਰ ਅਸੀਂ ਉਹਨਾਂ ਦਾ ਇੱਕ ਪੈਨਲ ਬਣਾ ਕੇ ਅਸੀਂ ਇਹ ਕੋਸ਼ਿਸ਼ ਕਰੀਏ। ਅਸੀਂ ਕੋਸ਼ਿਸ਼ ਕਰਦੇ ਹਾਂ ਸੁਪਰੀਮ ਸਿੱਖ ਕੌਂਸਲ ਵੱਲੋਂ ਜੋ ਕਿ ਵੱਲੋਂ ਬਣਾਇਆ ਜਾਵੇ, ਜਿਹੜਾ ਕੋਈ ਕਿਸੇ ਦਾ ਇਹ ਰੌਲਾ ਹੁੰਦਾ ਆ ਉਹ ਨਿਬੇੜ ਦੇਣ ਅਦਾਲਤਾਂ 'ਚ ਪੈਸੇ ਲਾਉਣ ਨਾਲੋਂ। ਪਰ ਜਿਹੜੇ ਉਹ ਪੈਸੇ ਅਸੀਂ ਫਾਲਤੂ ਖਰਚਦੇ ਹਾਂ ਅਤੇ ਉਹਦੇ ਨਾਲ ਅਸੀਂ ਜਿਹੜੇ ਹੈਗੇ ਆ ਨਾ ਵੀ ਉਹ ਪੈਸੇ ਆਪਣੀ ਕਮਿਊਨਿਟੀ 'ਤੇ ਲਾਈਏ। ਦੂਸਰੀ ਆ ਜਿਹੜੇ ਵੱਡੇ ਵੱਡੇ ਢਿੱਡਾਂ ਵਾਲੇ ਸਾਧ ਫਿਰਦੇ ਆ ਜਾਂ ਹੱਥ ਦੇ ਕੇ ਤੁਹਾਡੀ ਲਾਠੀ ਨਿਕਲੂ ਤੁਹਾਨੂੰ, ਇਹਨਾਂ ਤੋਂ ਬਚ ਜਾਓ। ਇਹ ਪੈਸੇ ਜਿੱਥੇ ਤੁਹਾਡੀ ਰੂਹ ਕਰਦੀ ਕਿਤੇ ਲੋੜਵੰਦ 'ਤੇ ਲਾ ਦਿਓ ਅਤੇ ਵਾਹਿਗੁਰੂ ਬੰਦਾ ਯਾਦ ਰੱਖੇ ਨਾ, ਵਾਹਿਗੁਰੂ ਨੂੰ ਯਾਦ ਰੱਖਦੇ ਨੇ ਕੀਤਾ ਸੀ। ਤੁਹਾਡਾ ਆਉਣ ਲਈ ਫੇਰ ਧੰਨਵਾਦ ਬਹੁਤ ਆ, ਪਰ ਇਹਨੂੰ ਤੁਸੀਂ ਜਿਹੜਾ ਹੈਗਾ ਬਹੁਤ ਤੁਸੀਂ ਵਧੀਆ ਕੀਤਾ। ਇਹ ਲੋਕਾਂ 'ਤੇ ਜਾਣੀ ਚਾਹੀਦੀ ਚੀਜ਼ ਆ। ਅਸੀਂ ਗੁਰੂ ਘਰਾਂ ਨੂੰ ਇੱਕ ਮਾਡਲ ਮੁੜ ਕੇ ਬਣਾ ਲਈਏ ਬਾਬੇ ਨਾਨਕ ਦੇ ਟਾਈਮ ਦੇ ਉੱਤੇ ਕਰਕੇ, ਵਧੀਆ ਪਿਆਰ ਵਾਲਾ, ਨਾ ਕਿ ਲੜਾਈ ਝਗੜੇ ਦੇ ਮੈਦਾਨ ਬਣਾਈਏ ਜੀ। ਹੋਈਆਂ ਗਲਤੀਆਂ ਭੁੱਲਾਂ ਲਈ ਮੈਂ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦਰਸ਼ਕੋ, ਇਹ ਸਨ ਸਰਦਾਰ ਗੁਰਦਿਆਲ ਸਿੰਘ ਜੀ ਅਟਵਾਲ, ਜੋ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਧਾਨਗੀ ਜਿਹੜੀ ਹੈ ਉਹ ਸੰਭਾਲ ਰਹੇ ਨੇ ਲੰਬੇ ਸਮੇਂ ਤੋਂ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।